ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਦ ਚੈਨਲ। ਅਸੀਂ ਸੀਰੀਜ਼ ਚਲਾਈ ਹੋਈ ਹੈ 500 ਐਰਰਸ ਦੀ ਕਰੈਕਸ਼ਨ ਦੀ, ਤੇ ਇਹਦੇ ਵਿੱਚ ਅਸੀਂ ਅੱਜ ਪਾਰਟ ਸੀ ਕਰਨ ਜਾ ਰਹੇ ਹਾਂ। ਤੇ ਪਾਰਟ ਸੀ ਜਿਹੜਾ ਹੈ, ਰਾਈਟ, ਇਹਦੀਆਂ ਪਹਿਲੇ ਦੋ ਵੀਡੀਓਜ਼ ਆਈ ਹੋਪ ਤੁਸੀਂ ਦੇਖ ਲਈਆਂ ਹੋਣਗੀਆਂ। ਜੇ ਨਹੀਂ ਦੇਖੀਆਂ ਤਾਂ ਇੱਕ ਵਾਰੀ ਦੇਖ ਜ਼ਰੂਰ ਲਿਓ, ਕਿਉਂਕਿ ਮੈਂ ਕਾਫੀ ਰੂਲਸ ਜਿਹੜੇ ਹੈ ਉਹ ਨਾਲੋਂ ਨਾਲ ਐਕਸਪਲੇਨ ਕਰ ਰਹੀ ਹਾਂ। ਇੰਪੋਰਟੈਂਟ ਗੱਲ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹਦੇ ਡਿਟੇਲਡ ਨੋਟਸ ਚਾਹੀਦੇ ਹੈ ਤਾਂ ਤੁਸੀਂ ਇੱਕ ਬੁੱਕ ਆਰਡਰ ਕਰ ਸਕਦੇ ਹੋ 7009145797 ਤੇ ਬੁੱਕ ਆਰਡਰ ਕੀਤੀ ਜਾ ਸਕਦੀ ਹੈ। ਔਰ ਦੇਖਿਆ ਜਾਵੇ ਤੇ ਇਹ ਆਪਣੀ ਅਕੈਡਮੀ ਚਾਣਕਿਆ ਅਕੈਡਮੀ ਇਹਦੇ ਵਿੱਚ ਇੱਕ ਬੁੱਕ ਅਵੇਲੇਬਲ ਵੀ ਹੈ। ਠੀਕ ਹੈ, ਤੁਸੀਂ ਕਿਸੇ ਵੀ ਨੰਬਰ ਤੇ ਇਹਨੂੰ ਆਰਡਰ ਕਰ ਸਕਦੇ ਹੋ। ਆਓ ਜੀ ਗੱਲ ਕਰਦੇ ਹਾਂ ਅਗਲੀ। ਆਂਦਾ ਜੀ ਤੁਹਾਡੇ ਕੋਲ ਪਹਿਲਾ ਸਲਾਈਡ। ਠੀਕ ਹੈ, ਇਹਨੂੰ ਤੁਸੀਂ ਪਹਿਲੇ ਓਬਜ਼ਰਵ ਕਰੋ, ਦੇਖੋ ਇਹਦੇ ਵਿੱਚ ਕੀ ਐਰਰ ਹੈ, ਉਸ ਤੋਂ ਬਾਅਦ ਮੇਰੀ ਐਕਸਪਲੇਨੇਸ਼ਨ ਸੁਣਿਓ ਪਲੀਜ਼। ਦੇਖੋ ਜ਼ਰਾ ਕੀ ਤੁਹਾਨੂੰ ਇਹਦੇ ਵਿੱਚ ਐਰਰ ਲੱਗ ਰਿਹਾ। 5 ਸੈਂਟੈਂਸਸ ਵੀਡੀਓ ਪੋਜ਼ ਕਰਕੇ ਕਰੀਏ। ਠੀਕ ਹੈ, ਹੀ ਵੈਂਟ ਟੂ ਦ ਪਿਕਚਰ ਨਹੀਂ ਹੁੰਦਾ ਜੀ, ਇਹਨੂੰ ਅਸੀਂ ਕਹਿੰਦੇ ਹਾਂ ਪਿਕਚਰਸ। ਹੀ ਵੈਂਟ ਟੂ ਦ ਪਿਕਚਰਸ ਯਾਨੀ ਕਿ ਉਹ ਸਿਨੇਮਾ ਗਿਆ। ਠੀਕ ਹੈ, ਹੀ ਵੈਂਟ ਟੂ ਦ ਪਿਕਚਰਸ ਕਿਹਾ ਜਾਂਦਾ ਹੈ, ਪਿਕਚਰ ਨਹੀਂ। ਹੀ ਵੈਂਟ ਟੂ ਦ ਪਿਕਚਰਸ। ਆਰ ਸਰਾਊਂਡਿੰਗ ਵਾਸ ਪਲੇਜ਼ੈਂਟ। ਸਰਾਊਂਡਿੰਗ ਹੁੰਦਾ ਹੀ ਨਹੀਂ ਜੀ, ਕੀ ਹੁੰਦਾ ਹੈ? ਸਰਾਊਂਡਿੰਗਸ। ਸਰਾਊਂਡਿੰਗਸ ਹੁੰਦਾ ਹੈ, ਨਾउन ਦਾ ਐਰਰ ਹੈ ਜੀ, ਔਰ ਵਰ ਆਏਗਾ। ਦ ਰਿਚ, ਦ ਰਿਚ ਜਦੋਂ ਵੀ ਲਿਖਿਆ ਹੋਇਆ ਆਏ ਤੇ ਇਹਦਾ ਮਤਲਬ ਅਸੀਂ ਕੀ ਲਈਏ? ਦ ਰਿਚ ਦਾ ਮਤਲਬ ਹਮੇਸ਼ਾ ਅਸੀਂ ਕੀ ਲੈਣਾ ਹੈ? ਦ ਰਿਚ ਦਾ ਮਤਲਬ ਹੁੰਦਾ ਹੈ ਰਿਚ ਪੀਪਲ, ਰਾਈਟ। ਹੁਣ ਰਿਚ ਪੀਪਲ ਇਜ਼ ਨਾ ਲਗਾ ਕੇ ਸਾਨੂੰ ਕੀ ਲਗਾਉਣਾ ਚਾਹੀਦਾ ਹੈ? ਆਰ ਹੈਪੀ। ਦ ਰਿਚ ਆਰ ਹੈਪੀਅਰ ਦੈਨ ਦ ਪੂਅਰ, ਰਾਈਟ। ਹੁਣ ਦ ਪੂਅਰ ਦਾ ਮਤਲਬ ਕੀ ਹੋਏਗਾ? ਪੂਅਰ ਪੀਪਲ, ਰਾਈਟ। ਜਦੋਂ ਵੀ ਅਸੀਂ ਕਦੇ ਵੀ ਦ ਆਰਟੀਕਲ ਦੇ ਨਾਲ ਐਡਜੈਕਟਿਵ ਲਿਖਦੇ ਹਾਂ ਤਾਂ ਉਹ ਇੱਕ ਨਾउन ਬਣਦਾ ਹੈ। ਔਰ ਕਿਹੜਾ ਨਾउन ਬਣਦਾ ਹੈ? ਪਲੂਰਲ ਨਾउन। ਫॉर एग्जांपल ਮੈਂ ਲਿਖਿਆ ਐਜੂਕੇਟਡ, ਜਿਹੜਾ ਕਿ ਆਪਣੇ ਆਪ ਦੇ ਵਿੱਚ ਕੀ ਹੈ? ਇੱਕ ਐਡਜੈਕਟਿਵ ਹੈ। ਤੇ ਮੈਂ ਕਿਹਾ ਦ ਐਜੂਕੇਟਡ, ਤੇ ਉਹਦਾ ਮਤਲਬ ਕੀ ਹੋਇਆ? ਐਜੂਕੇਟਡ ਪੀਪਲ। ਇਸੇ ਤਰ੍ਹਾਂ ਅगर मैं ਕਿਹਾ ਬਲਾइंड, ਬਲਾइंड ਅੰਨਾ यानी कि एडजेक्टिव है। लेकिन अगर मैं क्या द ब्लाइंड, तो ਉਹਦਾ ਮਤਲਬ ਕੀ ਹੋਇਆ? ਬਲਾइंड ਪੀਪਲ, ਰਾਈਟ। ਆਓ ਜੀ ਅਗਲੀ ਗੱਲ ਕਰਦੇ ਹਾਂ। ਇਟ ਇਜ਼ ਕਾइंड टू गिव समथिंग टू अ पुअर। ठीक है, अ पुअर लिखना गलत है जी, या तो सानू इत्थे लिखना चाहिए इट इज़ काइंड टू गिव समथिंग टू द पुअर, राइट। या तो ਅਸੀਂ ਇਹ ਲਿਖਾਂਗੇ, ਕਲੀਅਰ, ਜਾਂ ਫਿਰ ਅਸੀਂ ਲਿਖਾਂਗੇ ਅ ਪੂਅਰ ਪਰਸਨ। ਅ ਪੂਅਰ ਪਰਸਨ ਲਿਖ ਸਕਦੇ ਹਾਂ। ਹੀ ਗੇਵ ਮੀ ਸਮ ਇਨਫੋਰਮੇਸ਼ਨਸ। ਇਨਫੋਰਮੇਸ਼ਨਸ ਦੇ ਨਾਲ ਕਦੇ ਵੀ ਐਸ ਔਰ ਈ ਐਸ ਨਹੀਂ ਆਉਂਦਾ। ਹੀ ਗੇਵ ਮੀ ਸਮ ਇਨਫੋਰਮੇਸ਼ਨ ਕਹਿਣਾ ਜ਼ਰੂਰੀ ਹੈ, ਰਾਈਟ। ਤੁਸੀਂ ਇਹਨੂੰ ਜੋਟ ਡਾਊਨ ਕਰ ਸਕਦੇ ਹੋ। ਨੈਕਸਟ ਆਉਂਦਾ ਹੈ ਜੀ, ਤੁਸੀਂ ਦੇਖੋਗੇ ਤੇ ਇਹਦੇ ਵਿੱਚ ਵੀ ਨਾउन ਦਾ ਐਰਰ ਹੈ, ਇਹਦੇ ਵਿੱਚ ਵੀ ਨਾउन ਦਾ ਐਰਰ ਹੈ, ਇਹ ਵੀ ਨਾउन ਦਾ ਐਰਰ ਹੈ। ਠੀਕ ਹੈ, ਔਰ ਇਹ ਵੀ ਨਾउन ਦਾ ਹੀ ਐਰਰ ਹੈ। ਇਹਨੂੰ ਨਾउन ਪਲੱਸ ਐਡਜੈਕਟਿਵ ਵੀ ਮੈਂ ਕਹਿ ਸਕਦੀ ਹਾਂ, ਨਾउन ਪਲੱਸ ਐਡਜੈਕਟਿਵ ਵੀ। ਤੇ ਇਹ ਚੀਜ਼ਾਂ ਆਪਾਂ ਨੂੰ ਨੋਟ ਕਰਨੀਆਂ ਜ਼ਰੂਰੀ ਹੈ ਕਿ ਕਿਹੜਾ ਚੈਪਟਰ ਪੜ੍ਹੀਏ ਕਿ ਸਾਡੇ ਜਿਹੜੇ ਇਹ ਕੁਐਸਚਨਸ ਹੈ ਉਹ ਸਹੀ ਹੋ ਜਾਣ। ਠੀਕ ਹੈ, ਆਓ ਜੀ ਅਗਲੀ ਗੱਲ ਦੀ ਕਰਦੇ ਹਾਂ। ਪੜ੍ਹੋ ਜੀ, ਕੋਸ਼ਿਸ਼ ਕਰੋ ਕਰਨ ਦੀ। ਜਦੋਂ ਵੀ ਅਸੀਂ ਸੈਵਰਲ ਲਿਖਦੇ ਹਾਂ, ਸੈਵਰਲ ਹਮੇਸ਼ਾ ਕਾਊਂਟੇਬਲ, ਪਲੂਰਲ ਕਾਊਂਟੇਬਲ ਨਾउन ਦੇ ਨਾਲ ਲਿਖਿਆ ਜਾਂਦਾ ਹੈ। ਸੈਵਰਲ ਬॉयਜ਼, ਸੈਵਰਲ ਕੁਐਸਚਨਸ, ਸੈਵਰਲ ਕੰਟਰੀਜ਼, ਰਾਈਟ। ਇਹ ਕਦੇ ਅਨਕਾਊਂਟੇਬਲ ਨਾਲ ਨਹੀਂ ਲਿਖਿਆ ਜਾਂਦਾ। ਜੇ ਅਨਕਾਊਂਟੇਬਲ ਨਾਲ ਲਿਖਿਆ ਗਿਆ ਹੈ ਤੇ ਉਹਦੇ ਲਈ ਕਾਊਂਟੇਬਲ ਵਰਡ ਸਾਨੂੰ ਇਨਸਰਟ ਕਰਨਾ ਪਏਗਾ। ਸੈਵਰਲ ਵਰਕਸ ਦੀ ਬਜਾਏ ਅਸੀਂ ਕੀ ਕਹਾਂਗੇ? ਸੈਵਰਲ ਪੀਸਿਸ ਆਫ ਵਰਕ, ਪੀਸਿਸ ਆਫ ਵਰਕ। ਅਗੇਨ ਜਿਹੜਾ ਤੁਹਾਡਾ ਇਹ ਐਰਰ ਹੈ ਇਹ ਨਾउन ਚੈਪਟਰ ਦੇ ਵਿੱਚੋਂ ਹੈ। देयर वर मैनी वर्क्स। ਹੁਣ ਮੈਨੀ ਜਿਹੜਾ ਉਹ ਵੀ ਕਾਊਂਟੇਬਲ ਦੇ ਨਾਲ ਆਉਂਦਾ ਹੈ ਤੇ ਵਰਕਸ ਜਿਹੜਾ ਉਹ ਕਦੇ ਹੁੰਦਾ ਹੀ ਨਹੀਂ। ਠੀਕ ਹੈ, ਤੇ ਮੈਨੀ ਵਰਕਸ ਦੀ ਬਜਾਏ ਜਾਂ ਤੇ ਅਸੀਂ ਕਹੀਏ देयर वाज मच वर्क। ਇਹਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ देयर वाज मच वर्क, ਰਾਈਟ। ਇਹ ਕਿਹਾ ਜਾ ਸਕਦਾ ਹੈ। ਜਾਂ ਫਿਰ ਕੀ ਕਿਹਾ ਜਾ ਸਕਦਾ ਹੈ ਕਿ देयर वर मैनी पीसेस ऑफ वर्क। ਜਾਂ ਤੇ ਅਸੀਂ ਕਹੀਏ मच वर्क ਜਾਂ ਅਸੀਂ ਕਹੀਏ मैनी पीसेस ऑफ वर्क। दिस इज नॉट सच अ ट्रीटमेंट ਵਿਚ ਆਈ ਐਕਸਪੈਕਟਡ। ਯਾਦ ਰੱਖਣਾ ਹੈ ਸੱਚ ਦੇ ਨਾਲ ਵਿਚ ਦਾ ਕੋਈ ਸੈਂਟੈਂਸ ਨਹੀਂ ਬਣਦਾ। ਸੱਚ ਦੇ ਨਾਲ ਹਮੇਸ਼ਾ ਅਸੀਂ ਕੀ ਲਗਾਵਾਂਗੇ? ਦੈਟ। ਸੱਚ ਦੇ ਨਾਲ ਹਮੇਸ਼ਾ ਅਸੀਂ ਦੈਟ ਦਾ ਯੂਸੇਜ ਕਰਾਂਗੇ, ਰਾਈਟ। ਦ ਗ੍ਰਾਸ ਦੈਟ ਗਰੋ ਇਨ ਦ ਲੌਨ ਇਜ਼ ਕੋਰਸ। ਗ੍ਰਾਸ ਜਿਹੜੀ ਹੈ ਉਹ ਸਿੰਗਲ ਹੈ ਤੇ ਗਰੋ ਦੀ ਬਜਾਏ ਸਾਨੂੰ ਕੀ ਕਹਿਣਾ ਚਾਹੀਦਾ? ਗਰੋਸ। ਦ ਗ੍ਰਾਸ ਦੈਟ ਗਰੋਸ, ਰਾਈਟ। ਐਸਾ ਸੈਂਟੈਂਸ ਹੋਣਾ ਚਾਹੀਦਾ ਹੈ। ਦ ਟੀਚਰ ਵਿਚ,
ਟੀਚਰ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕੀ ਹੈ, ਪਰਸਨ ਹੈ। ਪਰਸਨ ਦੇ ਨਾਲ ਅਸੀਂ ਵਿੱਚ ਨਾ ਲਗਾ ਕੇ ਸਾਨੂੰ ਲਗਾਉਣਾ ਚਾਹੀਦਾ ਦ ਟੀਚਰ ਹੂ ਟੀਚਸ ਅਸ ਗ੍ਰਾਮਰ ਟੀਚਸ ਅਸ ਵੈਲ, ਰਾਈਟ, ਇਸ ਤਰ੍ਹਾਂ ਸੈਂਟੈਂਸ ਆਏਗਾ। ਚਲੋ ਜੀ ਨੈਕਸਟ ਕੋਸ਼ਿਸ਼ ਕਰੋ ਇਹਨਾਂ ਸੈਂਟੈਂਸਸ ਨੂੰ ਕਰਨ ਦੀ। ਸੌਰੀ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿਆਂ, ਠੀਕ ਹੈ। ਇਹ ਨਾਊਨ ਦਾ ਸੀਗਾ, ਇਹ ਵੀ ਨਾਊਨ ਦਾ ਐਰਰ ਹੈ। ਇਹ ਤੁਹਾਡਾ ਐਰਰ ਜਿਹੜਾ ਹੈ ਉਹ ਕੰਜੰਕਸ਼ਨ ਦਾ ਐਰਰ ਹੈ ਬੇਟਾ। ਇਹ ਜਿਹੜਾ ਐਰਰ ਹੈ ਉਹ ਸਬਜੈਕਟ ਵਰਬ ਅਗਰੀਮੈਂਟ ਦਾ ਐਰਰ ਹੈ। ਤੇ ਇੱਥੇ ਜਿਹੜਾ ਆਇਆ ਹੈ ਇਹ ਰਿਲੇਟਿਵ ਪ੍ਰੋਨਾਊਨ ਦਾ ਐਰਰ ਹੈ, ਠੀਕ ਹੈ, ਪ੍ਰੋਨਾਊਨ ਚੈਪਟਰ ਦਾ ਐਰਰ ਹੈ। ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚੋਂ ਕੀ ਆ ਰਿਹਾ ਹੈ, ਰਾਈਟ। ਆਓ ਜੀ ਨੈਕਸਟ ਦੇਖੋ ਕੁਐਸਚਨਸ ਨੂੰ ਕਰਕੇ ਕੋਸ਼ਿਸ਼ ਕਰੋ, ਵੀਡੀਓ ਪੋਜ਼ ਕਰੋ ਔਰ ਆਪਣੇ ਆਪ ਕਰਨ ਦੀ, ਠੀਕ ਹੈ। ਫਿਰ ਉਸ ਤੋਂ ਬਾਅਦ ਮੇਰੀ ਐਕਸਪਲੇਨੇਸ਼ਨ ਸੁਣੀਏ, ਕਰੋ ਜੀ ਆਪਣੇ ਆਪ। ਹੂ ਇਜ਼ ਸ਼ੀ ਸੈਂਟੈਂਸ 'ਚ ਨਾ ਕਦੇ ਵੀ WH ਵਰਡ ਇਕੱਠੇ ਨਹੀਂ ਪਾਣੇ, ਜਿਵੇਂ ਹੂ, ਵਿਚ, ਵਟ, ਵਿਚ, ਵਾਟ, ਇਕੱਠੇ ਨਹੀਂ ਪਾਣੇ, ਠੀਕ ਹੈ। ਪਹਿਲੇ ਵਾਲਾ ਤੁਸੀਂ ਅਪਰੂਵ ਕਰ ਦਿਓ, ਦੂਸਰੇ ਨੂੰ ਰਿਪਲੇਸ ਕਰ ਦਿਓ ਕਿਹਦੇ ਨਾਲ, ਦੈਟ ਦੇ ਨਾਲ। ਪਹਿਲੇ ਵਾਲਾ ਅਪਰੂਵ ਕਰ ਦੇਣਾ, ਦੂਸਰੇ ਵਾਲੇ ਨੂੰ ਅਸੀਂ ਦੈਟ ਦੇ ਨਾਲ ਰਿਪਲੇਸ ਕਰ ਦੇਣਾ ਹੈ। ਹੂ ਇਜ਼ ਹੀ that is asking me. Let it be distributed between you and me, ठीक है। ਪ੍ਰੈਪੋਜੀਸ਼ਨ ਤੋਂ ਬਾਅਦ ਹਮੇਸ਼ਾ ਅਸੀਂ ਕੀ ਪਾਉਂਦੇ ਹਾਂ, me, us, you, them, him, her, right। ਹਮੇਸ਼ਾ ऑब्जेक्टिव केस ਰਹਿੰਦਾ ਹੈ। ਤੇ ਇਹ ਵੀ ਪ੍ਰੋਨਾਊਨ ਦਾ ਐਰਰ ਹੈ, ਇਹ ਵੀ ਪ੍ਰੋਨਾਊਨ ਦਾ ਐਰਰ ਹੈ। let he and I, let he ਨਹੀਂ ਹੁੰਦਾ, let me, let her, let us, let you, let them, let him। let ਤੋਂ ਬਾਅਦ ਵੀ ਅਸੀਂ ਹਮੇਸ਼ਾ ਹੀ ऑब्जेक्टिव केस ऑफ प्रोनाउन ਲਿਖੀਦਾ ਹੈ। ਤੇ ਇੱਥੇ let him and me ਹੋਣਾ ਚਾਹੀਦਾ, let him and me, right। ਅਗਲਾ ਆਂਦਾ you should have to obey her। ਦੇਖੋ ਇੱਕ ਹੁੰਦਾ you should, ਇੱਕ ਹੁੰਦਾ you have to। you should have to ਕੋਈ ਸੈਂਸ ਨਹੀਂ ਬਣਾਉਂਦਾ, ਜਾਂ ਤੇ ਅਸੀਂ ਕਹਾਂਗੇ you should obey, ਜਾਂ ਅਸੀਂ ਕਹਾਂਗੇ you have to obey, ਜਾਂ ਅਸੀਂ ਇਹਦੇ ਵਿੱਚ ਇੱਕ ਕੰਜੰਕਸ਼ਨ ਪਾ ਦੇਵਾਂਗੇ ਕਿ you should and have to obey, ਜਾਂ ਤੇ ਅਸੀਂ ਕਹਾਂਗੇ you should obey। ਇਹ ਵੀ ਸੈਂਟੈਂਸ ਠੀਕ ਹੈ, ਰਾਈਟ। ਜਾਂ should ਦੀ ਬਜਾਏ ਅਸੀਂ ਕਹਿ ਦਾਂਗੇ you have to obey, ਰਾਈਟ। ਇਹ ਵੀ ਆਪਣੇ ਆਪ ਵਿੱਚ ਸੈਂਸ ਪਾ ਦੇਗਾ, ਜਾਂ you should obey ਜਾਂ you have to obey। ਲੇਕਿਨ ਅਗਰ ਅਸੀਂ ਇਹਦੇ ਵਿੱਚ ਪਾ ਦਿੱਤਾ ਇੱਥੇ ਐਂਡ, ਤਾਂ ਵੀ ਇਹ ਸਹੀ ਹੈ, you should and have to obey her। ਇਸ ਤਰ੍ਹਾਂ ਦੇ ਨਾਲ ਤਿੰਨ ਤਰੀਕਿਆਂ ਦੇ ਨਾਲ ਇਹ ਸੈਂਟੈਂਸ ਸਹੀ ਕੀਤਾ ਜਾ ਸਕਦਾ ਹੈ। we arranged everything in the hospital, we arranged everything in order that nobody may be confused। ਪਹਿਲੇ ਤਾਂ ਕੀ ਹੈ, we arranged ਹੈ, ਪਾਸ ਦੀ ਗੱਲ ਹੈ, ਤੇ ਇੱਥੇ may ਦੀ ਬਜਾਏ ਕੀ ਹੋਣਾ ਚਾਹੀਦਾ ਹੈ, might, for sure। may ਦੀ ਬਜਾਏ ਕੀ ਹੋਣਾ ਚਾਹੀਦਾ ਹੈ, might। ਪਲੀਜ਼ ਜੋਟ ਡਾਊਨ ਕਰ ਲਿਓ। ਇਹ ਤੁਹਾਡਾ ਕੰਜੰਕਸ਼ਨ ਪਲੱਸ ਮਾਡਲਸ ਦਾ ਚੈਪਟਰ ਹੈ। ਇਹਦੇ ਵਿੱਚ ਤੁਹਾਡਾ ਕੰਜੰਕਸ਼ਨ ਪਲੱਸ ਮਾਡਲ ਹੀ ਹੈ, ਇਹ ਵੀ, ਰਾਈਟ। ਐਰਰ, ਇਹ ਪ੍ਰੋਨਾਊਨ ਦਾ ਐਰਰ ਹੈ, ਇੱਥੇ ਵੀ ਪ੍ਰੋਨਾਊਨ ਦਾ ਐਰਰ ਹੈ, ਰਾਈਟ। ਚਲੋ ਜੀ ਟਰਾਈ ਕਰੋ ਇਹਨਾਂ ਸੈਂਟੈਂਸਸ ਨੂੰ। ਕਿਰੇ I would not do that if I were him। I would not do if I were him। that ਦੀ ਇੱਥੇ ਕੋਈ ਰਿਕੁਆਇਰਮੈਂਟ ਹੀ ਨਹੀਂ ਹੈ, ਕੋਈ ਰਿਕੁਆਇਰਮੈਂਟ ਨਹੀਂ। It was him who did it। ਅੱਛਾ, ਜਦੋਂ ਵੀ ਇੰਦਾ ਦਾ ਸੈਂਟੈਂਸ ਆਵੇ ਨਾ, ਤੁਸੀਂ it is ਨੂੰ ਵੀ ਹਟਾ ਦੇਣਾ ਔਰ who ਨੂੰ ਵੀ ਹਟਾ ਦੇਣਾ, ਤੇ ਤੁਹਾਨੂੰ ਸੈਂਟੈਂਸ ਮਿਲ ਜਾਏਗਾ ਕਿ he did it, ਹੈ ਨਾ। ਤੇ ਹੋਣਾ ਚਾਹੀਦਾ ਸੈਂਟੈਂਸ। ਫਿਰ ਹੁਣ ਆਪਾਂ ਜਦੋਂ ਲਿਖ ਕੇ ਦੇਣਾ ਉਹਦਾ ਕੀ ਲਿਖ ਕੇ ਦੇਣਾ, it was he who did it। ਲਿਖਣਾ ਇੰਦਾ ਆ, ਪਰ ਪਹਿਲਾਂ ਆਪਾਂ ਮਤਲਬ ਕਰਕੇ ਦੇਖ ਲੈਣਾ ਕਿ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਦੇਖਿਆ ਜਾਵੇ ਤੇ ਹੀ ਆਉਣਾ ਚਾਹੀਦਾ ਜਾਂ ਹਿਮ ਆਉਣਾ ਚਾਹੀਦਾ। ਦੇਖੋ ਅਗਲਾ ਸੈਂਟੈਂਸ, ਹੀ ਆਨਸਰਡ ਮੋਰ ਕੁਐਸਚਨਸ ਦੈਨ ਮੀ। ਨਹੀਂ ਜੀ, ਹੀ ਆਨਸਰਡ ਮੋਰ ਕੁਐਸਚਨ ਦੈਨ ਆਈ। ਦੇਖੋ ਇਹਨਾਂ ਨੂੰ ਨਾ ਤੋੜਨ ਦੀ ਕੋਸ਼ਿਸ਼ ਕਰੋ। ਹੀ ਆਨਸਰਡ ਮੋਰ ਕੁਐਸਚਨ, ਆਈ ਆਨਸਰਡ ਲੈਸ ਕੁਐਸਚਨਸ, ਇਹੀ ਹੋਗਾ। ਹੀ ਆਨਸਰਡ ਮੋਰ ਕੁਐਸਚਨਸ, ਆਈ ਆਨਸਰਡ ਫਿਊਅਰ ਕੁਐਸਚਨਸ, ਠੀਕ ਹੈ। ਕਿਉਂਕਿ ਕੁਐਸਚਨਸ ਕਾਊਂਟੇਬਲ ਹੈ ਤੇ ਇੱਥੇ ਕੰਪੈਰੀਜ਼ਨ ਕਰਦੇ ਹੋਏ ਫਿਊਅਰ ਆਉਣਾ ਚਾਹੀਦਾ ਹੈ। ਅੱਛਾ, ਅਗਰ ਮੈਂ ਕਹਾਂ ਆਈ ਆਨਸਰਡ, ਹੀ ਆਨਸਰਡ, ਯਾਨੀ ਕਿ ਕੰਪੈਰੀਜ਼ਨ ਆਈ ਦਾ ਕਿਹਦੇ ਨਾਲ ਹੈ, ਹੀ ਦੇ ਨਾਲ ਹੈ। ਇਹਦੇ ਵਿੱਚ ਮੀ ਦੀ ਤਾਂ ਕੋਈ ਸੈਂਸ ਆਈ ਨਹੀਂ। ਸਬਜੈਕਟ ਦਾ ਕੰਪੈਰੀਜ਼ਨ ਸਬਜੈਕਟ ਦੇ ਨਾਲ, ਆਬਜੈਕਟ ਦਾ ਕੰਪੈਰੀਜ਼ਨ ਆਬਜੈਕਟ ਦੇ ਨਾਲ ਕਰੀਦਾ ਹੈ। ਸਬਜੈਕਟ ਵਰਬ ਤੋਂ ਪਹਿਲਾਂ ਲਿਖਿਆ ਜਾਂਦਾ ਹੈ, ਜਿਵੇਂ ਇੱਥੇ ਲਿਖਿਆ ਹੋਇਆ ਹੈ ਹੀ ਆਨਸਰਡ। ਇੱਥੇ ਹੀ ਤੁਸੀਂ ਕੀ ਲਿਖੋਗੇ, ਆਈ ਆਨਸਰਡ, ਰਾਈਟ। ਤੇ ਕੰਪੈਰੀਜ਼ਨ ਹੀ ਦਾ ਕਿਹਦੇ ਨਾਲ ਹੈ, ਆਈ ਦੇ ਨਾਲ। ਤੇ ਇੱਥੇ ਮੀ ਨਾ ਪਾ ਕੇ ਸਾਨੂੰ ਕੀ ਪਾਣਾ ਚਾਹੀਦਾ ਹੈ, ਆਈ।
ही आंसर्ड मोर क्वेश्चन देन आई। ਹੁਣ ਦੇਖੋ ਇਹ ਸੇਮ ਤਰ੍ਹਾਂ ਦੇ ਨਾਲ ਇਹ ਵਾਲਾ ਸੈਂਟੈਂਸ ਤੋੜਨ ਦੀ ਕੋਸ਼ਿਸ਼ ਕਰੋ। ਕਹਿੰਦੇ ਦੇ ਆਰ ਵਾਈਜ਼ਰ, ਹੈ ਨਾ, ਵੀ ਆਰ ਵਾਈਜ਼ਰ, ਅਸੀਂ ਇੰਦਾ ਹੀ ਕਵਾਂਗੇ ਨਾ, ਦੇ ਆਰ ਵਾਈਜ਼ਰ, ਵੀ ਆਰ ਵਾਈਜ਼ਰ, ਠੀਕ ਹੈ। ਕੰਪੈਰੀਜ਼ਨ ਦੇ ਦਾ ਕਿਹਦੇ ਨਾਲ ਹੋ ਰਿਹਾ ਹੈ, ਵੀ ਦੇ ਨਾਲ ਹੋ ਰਿਹਾ ਹੈ, ਤੇ ਇੱਥੇ ਅਸ ਨਾ ਆ ਕੇ ਵੀ ਆਏਗਾ। ਸਿਮਿਲਰ ਸੈਂਟੈਂਸ ਨੂੰ ਤੁਸੀਂ ਚੈਲੰਜ ਕਰਨ ਦੀ ਕੋਸ਼ਿਸ਼ ਕਰੋ। ਵੀ ਆਰ ਪੂਅਰਰ, ਹੈ ਨਾ, ਵੀ ਆਰ ਪੂਅਰਰ, ਦੇ ਆਰ ਪੂਅਰ, ਇੱਕ ਪੂਅਰ ਹੋਏਗਾ ਤਾਂ ਦੂਸਰਾ ਪੂਅਰਰ ਹੋਏਗਾ। ਵੀ ਆਰ ਪੂਅਰਰ, ਦੇ ਆਰ ਪੂਅਰ, ਤੇ ਦੇ ਨਾਲ ਇਹਦਾ ਕੰਪੈਰੀਜ਼ਨ ਹੈ, ਇੱਥੇ ਦੈਮ ਦੀ ਬਜਾਏ ਦੇ ਲਿਖਾਂਗੇ ਤੇ ਗੱਲ ਬਣ ਜਾਏਗੀ। ਬਸ ਤੋੜ ਕੇ ਦੇਖ ਲਿਓ ਇਹ ਸੈਂਟੈਂਸ, ਠੀਕ ਹੈ। ਵੈਸੇ ਇਹ ਪ੍ਰੋਨਾਊਨ ਦੇ ਚੈਪਟਰ ਦੇ ਵਿੱਚ ਮੈਂ ਬਹੁਤ ਪੂਰੀ ਤਰ੍ਹਾਂ ਦੇ ਨਾਲ ਐਕਸਪਲੇਨ ਕੀਤੀਆਂ ਹੋਈਆਂ ਇਹ ਚੀਜ਼ਾਂ। ਇਹ ਸਾਰੇ ਐਰਰ ਜਿਹੜੇ ਆ ਤੁਹਾਡੇ ਪ੍ਰੋਨਾਊਨ ਦੇ ਐਰਰ ਹੈ ਇਹਦੇ ਵਿੱਚ, ਇਹ ਸਾਰੇ ਐਰਰ ਪ੍ਰੋਨਾਊਨ ਦੇ ਆ। ਨੈਕਸਟ ਸੈਂਟੈਂਸ ਆਂਦਾ ਤੁਹਾਡੇ ਕੋਲ ਇੱਥੇ, ਟਰਾਈ ਕਰੋ ਜ਼ਰਾ ਇਹਨੂੰ। ਕਈ ਵਾਰੀ ਪ੍ਰੈਸੀ ਔਰ ਐਸੇ ਵਿੱਚ ਵੀ ਇਹ ਗਲਤੀ ਕਰਦੇ ਆ ਸਟੂਡੈਂਟਸ। ਵਨ ਸ਼ੁੱਡ ਰਿਸਪੈਕਟ ਹਿਜ਼ ਟੀਚਰ, ਅਗਰ ਤੁਸੀਂ ਵਨ ਦੇ ਨਾਲ ਸਟਾਰਟ ਕੀਤਾ ਹੈ ਔਰ ਉਹਦੀ ਕੋਈ ਵੀ ਐਡੀਸ਼ਨਲ ਇਨਫੋਰਮੇਸ਼ਨ ਨਹੀਂ ਹੈ, ਫॉर ਐਡੀਸ਼ਨਲ ਇਨਫੋਰਮੇਸ਼ਨ ਵਨ ਆਫ them, ਵਨ ਆਫ ਮਾਈ ਸਿਸਟਰਸ, ਵਨ ਆਫ ਦ ਕਲੀਗਸ, ਇੰਦਾ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ। ਵਨ ਤੋਂ ਇਮੀਡੀਏਟਲੀ ਬਾਅਦ ਸਬਜੈਕਟ ਹੈ, ਮਤਲਬ ਵਨ ਸਬਜੈਕਟ ਹੈ ਤਾਂ ਇਮੀਡੀਏਟਲੀ ਬਾਅਦ ਵਰਬ ਹੈ, ਤੇ ਇਹਦੇ ਲਈ ਵਨ ਸ਼ੁੱਡ ਰਿਸਪੈਕਟ ਹਿਜ਼ ਨਹੀਂ, ਵਨਜ਼ ਟੀਚਰ। ਉਹ ਐਨੀ ਅਪੋਸਟ੍ਰੋਫੀ ਐਸ ਦਾ ਯੂਸੇਜ ਹੁੰਦਾ ਹੈ, ਇੱਥੇ ਹਿਜ਼ ਹਰ ਨਹੀਂ ਲਗਾਉਂਦੇ। one does not like to have his work nahi, one's work doubted, right? One must not boast of one's success, one's own success, right? ਹੁਣ ਆਂਦਾ everyone, someone, anyone, somebody, anybody, nobody, ठीक है, either, neither, each, every, ਇਹ ਸਾਰੇ ਜਦੋਂ ਆ ਜਾਣ ਤੁਹਾਡੇ ਕੋਲ ਤੇ ਤੁਹਾਡਾ ਜਿਹੜਾ ਪ੍ਰੋਨਾਉਨ ਹੈ ਉੱਥੇ his ਦਾ ਯੂਸੇਜ ਹੁੰਦਾ ਹੈ। ਜਿਵੇਂ everyone should respect one's nahi, his teacher. Anyone can do this work if he tries, if he tries। anyone ਦਾ pronoun ਜਿਹੜਾ ਹੈ everyone ਦਾ ਉਹ ਹੀ ਹੋ ਸਕਦਾ ਹੈ, one ਦਾ pronoun one ਹੀ ਰਹੇਗਾ, ਠੀਕ ਹੈ। ਤੇ ਇਹ ਸਾਰੇ ਜਿਵੇਂ ਮੈਂ ਦੱਸਿਆ pronoun ਚੈਪਟਰ ਦੇ ਐਰਰਸ ਹੈ, ਰਾਈਟ। ਟਰਾਈ ਕਰੋ ਜੀ, ਨੈਕਸਟ ਸਲਾਈਡ ਟਰਾਈ ਕਰੋ। आई होप तुसी ट्राई कर लिया होएगा। ईच ऑफ द मैंबर्स, ये एडिशनल इंफॉर्मेशन है, कोई रोला नहीं, ठीक है। वर्ड साडे कोल की है ईच, एदा इंपॉर्टेंट है। ईच ऑफ द मैंबर्स हैड सिंगल प्लूरल दोनों ना लगता है, इत्थे आना चाहिए हिज ऑन ओपीनियन, हिज ऑन ओपीनियन। एवरी सॉरी ईच ऑफ द मैंबर्स हैड हिज ऑन ओपीनियन आ जाएगा। एवरीबडी वांट्स टू हैव, एवरीबडी वांट्स टू हैव, देयर नहीं आएगा। एवरीबडी सिंगल, वांट्स आया बिल्कुल सही, एवरीवन वांट्स टू हैव, हिज आना चाहिए, हिज फुल पे। बीइंग अ वेरी फाइन डे, बीइंग अ फाइन डे वी कैन टेक अ वॉक। हुण डे दे लिए ना इत्थे प्रोनाउन लगाना जरूरी है, इट बीइंग अ वेरी फाइन डे। अदरवाइज क्या होया, बीइंग फाइन डे असी भी फाइन डे है, नहीं नहीं नहीं, क्योंकि अज फाइन डे है, ਇਹਦੇ ਲਈ डे ਲਈ ਅਸੀਂ ਲਗਾਵਾਂਗੇ क्योंकि अज फाइन डे है, इट बीइंग अ फाइन डे, राइट। being very hot, I can't go out, it being very hot। none of this money is mine, none single ਹੁੰਦਾ ਹੈ ਤੇ ਇਹਦੇ ਵਿੱਚ is ਦਾ usage ਹੋਏਗਾ, right। again ਇਹ subject verb agreement और pronoun ਇਹਨਾਂ ਦਾ combination ਪੁੱਛਿਆ ਗਿਆ, ਠੀਕ ਹੈ। subject verb agreement और pronoun ਦਾ combination ਪੁੱਛਿਆ ਗਿਆ। आओ जी नेक्स्ट स्लाइड देखते हैं, ट्राई करो जी ਇਹਨਾਂ ਸੈਂਟੈਂਸਸ ਨੂੰ। ਹੁਣ ਕਹਿੰਦੇ whom do you think he is, right? whom do you think he is? ਇਹ ਸੈਂਟੈਂਸ ਵਿੱਚ whom ਨਾ ਲੱਗ ਕੇ ਕੀ ਹੋਣਾ ਚਾਹੀਦਾ ਹੈ, who, ਠੀਕ ਹੈ। ਅੱਛਾ ਇਹ ਸੈਂਟੈਂਸ ਦੇ ਵਿੱਚ whom ਜਾਂ who ਅਸੀਂ ਕਿਸ ਤਰ੍ਹਾਂ ਗੈਸ ਕਰ ਸਕਦੇ ਹਾਂ, ਸੈਂਟੈਂਸ ਦੇ ਲਾਸਟ ਵਿੱਚ ਜਾ ਕੇ। ਜਿਵੇਂ ਇੱਥੇ ਜਾਈਏ ਤੇ ਅਸੀਂ ਕਹੀਏਗਾ who he is, who he is, ਤੇ ਇੱਥੇ whom ਦੀ ਬਜਾਏ who ਹੋ ਜਾਏਗਾ। ਅਗਲਾ ਸੈਂਟੈਂਸ ਦੇਖੋ ਕੀ ਹੋਣਾ ਚਾਹੀਦਾ ਹੈ, who do you think him to be, right?
whom to be, ਤੇ ਇੱਥੇ who ਦੀ ਬਜਾਏ ਕੀ ਹੋਣਾ ਚਾਹੀਦਾ ਹੈ whom, right? who did you see, ਹੁਣ ਦੇਖੋ ਇੱਥੇ ਲਾਸਟ ਵਿੱਚ ਜਾ ਕੇ ਦੇਖੋ you see whom, ਤੇ ਹੋਣਾ ਚਾਹੀਦਾ whom do you see, whom did you see? he was the man whom I thought was very poor, end ਵਿੱਚ ਜਾ ਕੇ ਦੇਖੋ who was very poor, ਤੇ ਇੱਥੇ ਹੋਣਾ ਚਾਹੀਦਾ who was very poor. there are many whom we quite know well are honest, who are honest, ਇੱਥੇ who ਹੋਣਾ ਚਾਹੀਦਾ ਹੈ ਤੇ whom ਦੀ ਬਜਾਏ ਕੀ ਹੋਏਗਾ who are very honest. clear? ਆਓ ਜੀ ਅਗਲੀ ਗੱਲ ਤੇ ਟਰਾਈ ਕਰੋ. ਫਿਰ ਉਹੀ ਸਾਹਿਬ, the man whom I thought was my friend deceived me, who deceived me, ਇੱਥੇ who ਦੀ requirement ਹੈ. this is one of the interesting stories that has been told by Tolstoy. ਹਮੇਸ਼ਾ ਯਾਦ ਰੱਖਣਾ ਹੈ ਕੋਈ ਵੀ ਨਾउन ਜਾਂ ਫਿਰ ਪ੍ਰੋਨਾउन ਜੁੜਿਆ ਹੋਵੇ ਕਿਹਦੇ ਵਿੱਚੋਂ who, which ਜਾਂ that ਤੋਂ, who, which ਜਾਂ that ਤੋਂ, ਤੇ ਇਸ ਤੋਂ ਬਾਅਦ ਤੁਸੀਂ ਲਿਖਣੀ ਹੋਵੇ verb ਜਾਂ ਲਿਖਣਾ ਹੋਵੇ ਪ੍ਰੋਨਾउन. ਉਹ ਸਿੰਗਲ ਹੈ ਜਾਂ ਪਲੂਰਲ ਹੈ ਡਿਪੈਂਡ ਕਰੇਗਾ ਕਿ ਤੁਹਾਡਾ ਇੱਥੇ ਨਾउन ਪ੍ਰੋਨਾउन ਸਿੰਗਲਰ ਹੈ ਜਾਂ ਪਲੂਰਲ ਹੈ. ਫਿਰ ਇੱਥੇ verb ਜਿਹੜੀ ਆਏਗੀ ਉਹ ਸਿੰਗਲ ਜਾਂ ਪਲੂਰਲ ਆਏਗੀ. ਧਿਆਨ ਨਾਲ, ਰਮਨ who is, ਰਮਨ and ਸਮਾਇਰਾ who are, ਠੀਕ ਹੈ. the boy who is, the boys who are, the man who is, the people who are, the book which is, the books which are, the title that is, the titles those are. ਤੇ ਹਮੇਸ਼ਾ ਯਾਦ ਰੱਖਣਾ ਹੈ ਕਿ ਇਹਦੇ ਵਿੱਚ ਜਿਹੜਾ ਵੀ ਇੱਥੇ ਨਾउन ਪ੍ਰੋਨਾउन ਹੋਏਗਾ who, which, that, ਇਹ ਵਾਲੇ ਵਰਡ ਯਾਦ ਰੱਖਣੇ ਬੇਟਾ ਜੀ, who, which or that. ਤੇ ਇਹਦੇ ਹਿਸਾਬ ਦੇ ਨਾਲ ਜੋ ਵੀ ਇੱਥੇ ਦਿੱਤਾ ਹੈ, ਇਹ ਸਿੰਗਲ ਦਿੱਤਾ ਹੈ ਤਾਂ verb ਸਿੰਗਲ, ਇਹ ਪਲੂਰਲ ਦਿੱਤਾ ਹੈ ਤਾਂ verb ਪਲੂਰਲ, ਇਹਨੂੰ ਇੱਥੇ ਅਪਲਾਈ ਕਰਦੇ ਆ. this is one of the interesting stories that ਕਿਹਦੇ ਲੱਗਿਆ ਸਟੋਰੀਜ਼ ਲਈ, ਤੇ ਇੱਥੇ ਕੀ ਆ ਜਾਣਾ ਚਾਹੀਦਾ ਹੈ have. he is one of those who ਤੋਂ ਪਹਿਲਾਂ ਕੀ ਲੱਗਿਆ ਜੀ those, ਤੇ ਕਿੱਥੇ ਕੀ ਆਣਾ ਚਾਹੀਦਾ ਹੈ read, those who read much. this is one of the poems that ਤੋਂ ਪਹਿਲਾਂ ਕੀ ਹੈ poems, right? that are worth reading. this is one of his poems that are worth reading. sentence कोई correction नहीं है, sentence बिल्कुल ठीक है, right sentence है. it is I who is to be blamed. who तो पहला की है जी I ਦੇ according क्या आना चाहिए है जी am. ठीक है, इस चीज़ ਨੂੰ नोट कर लो, बहुत इंपॉर्टेंट चीज़ नोट कर लो. ठीक है, वीडियो ਨੂੰ pause करो और नोट कर लो. चलो जी अगली गल ते चलते हैं. नेक्स्ट ट्राई करो जी ਇਹਨੂੰ. कह रहे दिस इज द ओनली. अच्छा, इस ओनली की एक्सेप्शन रखनी है क्योंकि एक मात्र है, ठीक है, और ये मोस्ट प्रोबेबली जो चीज़ लिखी जाएगी वो सिंगल ही लिखी जाएगी, राइट. दिस इज द ओनली वन ऑफ हिज पॉइंट्स दैट इज वर्थ रीडिंग. इज आना चाहिए जी, दैट इज वर्थ रीडिंग. एक मात्र स्टोरी है जो पढ़ने लायक है, राइट, पोएम है, सॉरी. दिस इज द मैन हु वॉज देयर एंड नो वन सॉ. देखो इस सेंटेंस नू थोड़ा तोड़ो. this is the man who was there and whom no one saw. और ਜਿਹਨੂੰ ਕਿਸੇ ਨੇ ਵੀ ਨਹੀਂ ਦੇਖਿਆ ਤੇ ਇੱਥੇ no one ਤੋਂ ਪਹਿਲਾਂ ਕੀ ਪੈਣਾ ਚਾਹੀਦਾ whom no one saw. ऐसा सेंटेंस होना चाहिए, right? this is the book which was there and no one knew. ਹੁਣ ਇੱਥੇ ਅਸੀਂ ਲਗਾ ਦਈਏ about him. no one knew about him, right? या फिर ਅਸੀਂ ਲਗਾ ਸਕਦੇ ਹਾਂ about which no one knew. सॉरी, about it आएगा, बुक है ना, about it, right? this is the book which was there and no one knew about it, right? अच्छा, ਇੱਥੇ ਇਸ ਤਰ੍ਹਾਂ ਇਹ ਵੀ ਆ ਸਕਦਾ ਹੈ this is the man who was there and no one saw him. ਇਸ ਤਰ੍ਹਾਂ ਵੀ ਆ ਸਕਦਾ ਹੈ, ठीक है, दोनों तरह ਦੇ ਨਾਲ सही हो जाता है. and whom no one saw. I want your reply. बिल्कुल गलत भाषा है लिखना. I want a reply from you.
I want a reply from you. I know a man who is honest, but he is very poor. I know a man नहीं होना चाहिए था. I know a man who is honest. I know. अच्छा ऑफ लिखता हुआ वो गलत है. I know a man. I know a man who is honest, but he is very poor. ठीक है. चलो जी एक बार ਇਹਨੂੰ ਦੇਖ ਲਓ, ਨੋਟ ਕਰ ਲਓ, ਅਗਲੇ ਤੇ ਚੱਲਦੇ ਹਾਂ. I availed of opportunity. Avail word ਦੇ ਨਾਲ ਹਮੇਸ਼ਾ ਅਸੀਂ myself ਲਗਾਉਂਦੇ ਹਾਂ, right? ਇਹ ਯਾਦ ਰੱਖਣਾ ਹੈ. ਇਹ ਵੀ ਰਿਫਲੈਕਸਿਵ ਕੇਸ ਆਫ ਪ੍ਰੋਨਾਊਨ ਦਾ ਚੈਪਟਰ ਦੇ ਵਿੱਚ ਜ਼ਿਕਰ ਹੈ ਪ੍ਰੋਨਾਊਨ ਦੇ ਵਿੱਚ. ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਵੇਲ, ਐਕੁਏਟ, ਰਾਈਟ, ਇੰਟਰੋਡਿਊਸ, enjoy, absent, reconcile, right, proud. ਇਹ ਸਾਰੇ ਵਰਡ ਦੇ ਨਾਲ ਹਮੇਸ਼ਾ ਰਿਫਲੈਕਸਿਵ ਕੇਸ ਆਫ ਪ੍ਰੋਨਾਊਨ ਆਏਗਾ. ਮੈਂ ਇੱਕ ਵਾਰੀ ਵਰਬ ਦੁਬਾਰਾ ਰਿਪੀਟ ਕਰ ਰਹੀ ਹਾਂ, ਤੁਸੀਂ ਲਿਖ ਲਈਓ, ਠੀਕ ਹੈ. ਅਵੇਲ, introduce, equate, enjoy, absent, resign, reconcile, right? ਇਹਨਾਂ ਸਾਰਿਆਂ ਦੇ ਨਾਲ ਹਮੇਸ਼ਾ ਰਿਫਲੈਕਸਿਵ ਕੇਸ ਆਫ ਪ੍ਰੋਨਾਊਨ ਆਉਂਦਾ ਹੈ, ਯਾਨੀ ਕਿ ਇਹਨਾਂ ਵਰਬ ਨੂੰ ਜਦੋਂ ਵੀ ਯੂਜ਼ ਕੀਤਾ ਜਾਵੇ. ਹੁਣ ਦੇਖੋ, she prides on her beauty. ਨਹੀਂ, she prides ਤੋਂ ਬਾਅਦ ਲਿਖਣਾ ਚਾਹੀਦਾ ਹੈ herself. She prides herself on her beauty. They absented for today. नहीं, they absented themselves होना चाहिए. They absented themselves, right? Next one, keep yourself away from. नहीं, ठीक है. Keep, ਇਹਨਾਂ ਨੂੰ ਵੀ ਲਿਖ ਲਓ. Keep, bathe, select, right? Keep ਹੋ ਗਿਆ ਸੀ. Hide, ਠੀਕ ਹੈ. ਫੀਲ, ਇਹਨਾਂ ਵਰਡ ਦੇ ਨਾਲ ਕਦੇ ਵੀ ਅਸੀਂ ਰਿਫਲੈਕਸਿਵ ਕੇਸ ਆਫ ਪ੍ਰੋਨਾਊਨ ਨਹੀਂ ਲਗਾਉਂਦੇ. ਜਿਸ ਤਰ੍ਹਾਂ ਕੀਪ ਅਵੇ ਫਰੋਮ ਫੀਲਡ, ਕੀਪ ਯੋਰ ਸੈਲਫ ਅਵੇ ਨਹੀਂ. ਆਈ ਫੀਲ ਫੀਵਰਿਸ਼, ਮਾਈ ਸੈਲਫ ਨਹੀਂ. ਆਈ ਫੀਲ ਫੀਵਰਿਸ਼. ਬੇਦ ਵਰਡ, ਇਹਦੇ ਨਾਲ ਵੀ ਰਿਫਲੈਕਸਿਵ ਕੇਸ ਆਫ ਪ੍ਰੋਨਾਊਨ ਨਹੀਂ ਲੱਗਦਾ. ਚਲੋ ਟਰਾਈ ਕਰੋ ਜੀ ਇਹਨਾਂ ਨੂੰ. Any of two men can do it. Any ਦੀ ਬਜਾਏ ਅਸੀਂ ਕੀ ਕਵਾਂਗੇ? Either, right? None of the two boys, none ਦੀ ਬਜਾਏ ਕੀ ਕਰਾਂਗੇ ਜੀ ਅਸੀਂ? Neither. ਹੁਣ ਅਸੀਂ ਇਹ ਕੀਤਾ ਕਿਉਂ, ਇਹਨੂੰ ਧਿਆਨ ਨਾਲ ਦੇਖਣਾ ਹੈ. ਜਦੋਂ ਵੀ ਅਸੀਂ ਗੱਲ ਕਰਾਂਗੇ either ਜਾਂ ਫਿਰ neither ਦੀ, ਇਹਨਾਂ ਦਾ ਕੰਟਰਾਸਟ ਸਿੱਧਾ ਕਿਹਦੇ ਨਾਲ ਹੋਏਗਾ? none ਔਰ any ਦੇ ਨਾਲ, right? ਜਦੋਂ ਮੈਂ ਗੱਲ ਕਰੂੰਗੀ either, neither ਦੀ, ਇਹ out of two ਲਈ ਹੋਣਗੇ, out of two. ਲੇਕਿਨ none ਔਰ any out of more than two ਹੋਏਗਾ, out of more than two, right? out of more than two ਹੋਏਗਾ. ਕਲੀਅਰ ਹੈ ਜੀ? ਹੁਣ ਕਹਿੰਦੇ neither of the three sisters. ਹੁਣੇ ਮੈਂ ਦੱਸਿਆ three sisters ਹੋ ਗਈਆਂ, ਇੱਥੇ neither ਨਹੀਂ, ਅਸੀਂ none ਲਿਖਾਂਗੇ. Either of the five teams may win. Either ਲਿਖਿਆ ਹੋਇਆ ਜੀ, five teams ਹੈ, ਇੱਥੇ ਅਸੀਂ ਲਿਖਾਂਗੇ any, right? Any of the two pencils, ਦੋ ਹੀ pencils हैं, ਤੇ ਅਸੀਂ ਇੱਥੇ ਕੀ ਲਿਖਾਂਗੇ ਜੀ? either, ਠੀਕ ਹੈ. ਇਸ ਚੀਜ਼ ਨੂੰ ਬੇਟਾ ਯਾਦ ਰੱਖ ਲਓ ਧਿਆਨ ਦੇ ਨਾਲ. ਆਓ ਜੀ ਅਗਲੀ ਗੱਲ ਕਰਦੇ ਹਾਂ. ਧਿਆਨ ਦੇ ਨਾਲ ਕਰੋ ਜ਼ਰਾ ਇਹਨੂੰ, ਸੈਂਟੈਂਸ ਨੂੰ. Our ancestors never saw a match stick होना चाहिए, match stick, right?
ਮਾਚਿਸ ਦੀ ਗੱਲ ਕਰ ਰਹੇ ਹਾਂ ਇੱਥੇ, ਠੀਕ ਹੈ, ਬਟ ਵੀ ਯੂਜ਼ ਇਟ ਡੇਲੀ, ਇਟ ਆਣਾ ਚਾਹੀਦਾ, ਬਟ ਵੀ ਯੂਜ਼ ਇਟ ਡੇਲੀ। I shall be glad to help all of my friends in, all of my friends है in his studies नहीं, in their studies, all लगाया है ऐसी, ठीक है, in their studies। You cannot rely on their words who do not keep them। एक्चुअली ये सेंटेंस इतना तो गलत है। You cannot rely on the word, पहले तो वर्ड्स नहीं होएगा, द वर्ड होएगा, द वर्ड ऑफ दोज हु कैन नॉट, द वर्ड ऑफ दोज हु डू नॉट कीप देम, ऐसा सेंटेंस होना चाहिए। दिस इज द बेस्ट विच आई कैन डू, द बेस्ट तो बाद विच ना लगा के लगाने असी दैट, दिस इज द बेस्ट दैट वी कैन डू, राइट। आई कंसीडर माई ड्यूटी टू हेल्प हिम, इत्थे सिर्फ एक प्रोनाउन का एरर की है, आई कंसीडर इट माई ड्यूटी, बस आई कंसीडर इट माई ड्यूटी टू हेल्प हर, राइट। चलो नेक्स्ट चलते हैं जी, इत्थे करो जरा। When you do a wrong, you must admit it, नहीं लगावांगे तो सेंटेंस कंप्लीट नहीं होएगा। He made clear that he would teach me, he made it clear, it नहीं लगावांगे तो गलत हो जाएगा। His foot slipped, which caused नहीं, that caused, incidentally असी that दा usage करांगे। He fell heavily, that caused great pain, that, right। I went home for money, that caused delay, ਜਿਹਦੇ ਕਰਕੇ ਅਸੀਂ ਲੇਟ ਹੋ ਗਏ, that caused delay। ਚਲੋ ਜੀ ਨੈਕਸਟ ਕਰੀਏ, ट्राई करो जी ना सेंटेंसेस। आई एम सॉरी मैं इधरली साइड जाना है। ਇਹ ਸੈਂਟੈਂਸ ਨੂੰ ਦੋ ਤਰ੍ਹਾਂ ਨਾਲ ਕੀਤਾ ਜਾ ਸਕਦਾ, ਜਾਂ ਤੇ ਅਸੀਂ ਇੱਥੇ ਸਿੰਪਲ ਲਿਖ ਦਈਏ ਸ਼ੀ ਸੌ, ਹਰ ਸੈਲਫ ਕੱਟ ਦਈਏ, ਜਾਂ ਫਿਰ ਅਸੀਂ ਹਰ ਸੈਲਫ ਦਾ ਐਚ ਕਰੀਏ ਸਮਾਲ ਤੇ ਇੱਥੇ ਲਿਖ ਦਈਏ ਸ਼ੀ ਹਰ ਸੈਲਫ ਸੌ ਦ ਥੀਫ। और ਜਿਹੜਾ she ਲਿਖਿਆ ਹੈ ਇਹ ਵੀ ਪੰਗਾ ਨਾ ਕਰ ਦਿਓ ਕਿਉਂਕਿ ਇਹ ਕੈਪੀਟਲ 'ਚ ਹੋਣਾ ਚਾਹੀਦਾ ਹੈ, ਰਾਈਟ। she herself saw a thief, दोनों तरह ਨਾਲ ठीक हो जाएगा, ठीक है। Sen and myself will go, myself ਕਦੇ ਵੀ starting of the sentence ਨਹੀਂ ਆਉਂਦਾ, Sen and I will go। Tom and Jack love each other, ਪਹਿਲੀ ਗੱਲ ਤਾਂ ਜਦੋਂ ਅਸੀਂ ਲਿਖਿਆ each other ਉਹ ਆਂਦਾ ਬੇਟਾ ਟੂ ਲਈ, ਰਾਈਟ। ਜਦੋਂ ਅਸੀਂ ਲਿਖਦੇ ਹਾਂ one another ਉਹ ਆਂਦਾ ਹੈ more than two ਲਈ, ਇਹ ਚੀਜ਼ ਯਾਦ ਰੱਖਣੀ ਹੈ। ਔਰ ਇਹ ਨਾ ਰੈਸੀਪ੍ਰੋਕਲ ਸਿਸਟਮ ਹੈ। ਰੈਸੀਪ੍ਰੋਕਲ ਦਾ ਕਹਿਣ ਦਾ ਮਤਲਬ ਜਿਵੇਂ ਦੋ ਬੰਦਿਆਂ ਵਿੱਚ ਗੱਲ ਹੈ ਤੇ ਗਿਵ ਐਂਡ ਟੇਕ ਵਾਲਾ ਸਿਸਟਮ ਹੈ। ਯੂ ਐਂਡ ਆਈ ਰਿਸਪੈਕਟ ਈਚ ਅਦਰ, ਯਾਨੀ ਯੂ ਰਿਸਪੈਕਟ ਮੀ, ਆਈ ਰਿਸਪੈਕਟ ਯੂ, ਇਹ ਵਾਲਾ ਹਿਸਾਬ ਹੈ। ਹੁਣ ਕਹਿੰਦੇ ਟੌਮ ਐਂਡ ਜੈਕ ਲਵ, ਇੱਥੇ ਵਨ ਇਨਅਦਰ ਨਾ ਹੋ ਕੇ ਕੀ ਹੋਣਾ ਚਾਹੀਦਾ ਹੈ ਈਚ ਅਦਰ, ਕਿਉਂਕਿ ਦੋ ਹੀ ਬੰਦੇ ਹੈ। ਟੌਮ ਜੈਕ ਐਂਡ ਪੀਟਰ ਹੈਲਪ ਈਚ ਅਦਰ ਦੀ ਬਜਾਏ ਕੀ ਹੋਣਾ ਚਾਹੀਦਾ ਵਨ ਇਨਅਦਰ, ਕਿਉਂਕਿ ਦੋ ਤੋਂ ਜ਼ਿਆਦਾ ਬੰਦੇ ਹੈ, ਰਾਈਟ। आई ही एंड यू विल प्ले, मैं पहली भी ये दस चुकी है कि प्रोनाउन का ना एक रूल है कि अगर असी कोई पॉजिटिव ऑर्डर लिखते हैं 2 3 1 दे नाल, ठीक है, नेगेटिव ऑर्डर लिखते हैं तो 1 2 3 दे नाल, राइट। नेगेटिव ऑर्डर 1 2 3 दे नाल एंड पॉजिटिव ऑर्डर 2 3 1 दे नाल, नेगेटिव, राइट। ए 1 2 3 या 2 3 1 की है फर्स्ट पर्सन, सेकंड पर्सन एंड थर्ड पर्सन। फर्स्ट पर्सन आई या वी, सेकंड पर्सन यू, थर्ड पर्सन ही शी दे। और अगर मैं सिंगलर्स की गल करा तो आई यू एंड ही, अगर ये तुहाडा सेंटेंस है और पॉजिटिव सेंटेंस है तुसी कहोगे यू ही एंड आई 2 3 1, और अगर नेगेटिव है तुसी कहोगे आई यू एंड ही, नेगेटिव सेंटेंस है 1 2 3। ਹੁਣ ਇੱਥੇ ਸੈਂਟੈਂਸ ਹੈ ਕਿ आई यू एंड ही विल गो,
ऑर्डर ते पॉजिटिव होना चाहिए तो सेंटेंस क्या आएगा, यू ही एंड आई विल गो, यू ही एंड आई विल गो, राइट। चलो जी अगली गल करते हैं, ट्राई करो जी। ਹੁਣ ਕਹ ਰਹੇ ਦ ਡੌਗ ਹੈਜ਼ ਇਟਸ ਬੋਨ, ਜਿਹੜਾ ਅਸੀਂ ਇਟਸ ਲਿਖਦੇ ਹਾਂ ਅਪੋਸਟ੍ਰੋਫੀ ਐਸ ਦੇ ਨਾਲ, ਉਹਦੇ ਤਿੰਨ ਮੀਨਿੰਗ ਹੁੰਦੇ ਆ, ਇਟ ਇਜ਼, ਇਟ ਵਾਸ ਜਾਂ ਇਟ ਹੈਜ਼, ਰਾਈਟ। ਇਹਦੇ ਤਿੰਨ ਮੀਨਿੰਗ ਹੁੰਦੇ ਆ, ਰਾਈਟ। ਜਦਕਿ ਜਿੱਥੇ ਇੱਥੇ ਇਟਸ ਲਿਖਿਆ ਹੋਇਆ ਹੈ, ਇੱਥੇ ਇਟਸ ਕਿਸ ਤਰ੍ਹਾਂ ਲਿਖਿਆ ਜਾਣਾ ਚਾਹੀਦਾ, ਆਈ ਟੀ ਐਸ, ਅਪੋਸਟ੍ਰੋਫੀ ਨਹੀਂ ਆਉਣਾ ਚਾਹੀਦਾ, ਆਈ ਟੀ ਐਸ। ਜਦੋਂ ਇਹ ਆਈ ਟੀ ਐਸ ਲਿਖਿਆ ਜਾਂਦਾ ਹੈ, ਇਸ ਤੋਂ ਬਾਅਦ ਇੱਕ ਨਾउन ਹੁੰਦਾ ਹੈ ਫॉर श्योर, ਜਿਵੇਂ ਬੋਰਨ ਹੈ, ਇਹ ਨਾउन ਹੈ, ਠੀਕ ਹੈ। ਇਟਸ, ਉਹਦੇ ਦਾ ਮਤਲਬ ਕੀ ਹੁੰਦਾ ਹੈ, ਉਹਦਾ, ਉਹਦਾ ਜਾਂ ਉਸਦਾ, ਠੀਕ ਹੈ। ਮੈਨੂੰ ਲੱਗਦਾ ਉਸਦਾ ਹੀ ਲਿਖਦੇ ਆ। ਹੁਣ ਅੱਗੇ ਲਿਖਿਆ ਹੋਇਆ ਆਈ ਡੋਂਟ ਟਰਸਟ ਇੰਗਲਿਸ਼, ਇੱਥੇ ਇੰਗਲਿਸ਼ ਟਰਸਟ ਜਿਹੜਾ ਹੈ ਉਹ ਇੰਗਲਿਸ਼ ਲੋਕਾਂ ਤੇ ਕੀਤਾ ਜਾਂਦਾ ਹੈ, ਤੇ ਇੱਥੇ ਅਸੀਂ ਇਨਸਰਟ ਕਰ ਦਈਏ ਆਈ ਡੋਂਟ ਟਰਸਟ ਦ ਇੰਗਲਿਸ਼, ਮੈਨੂੰ ਅੰਗਰੇਜ਼ਾਂ ਤੇ ਵਿਸ਼ਵਾਸ ਨਹੀਂ, ਰਾਈਟ। आई कैन स्पीक इंग्लिश फ्लुएंटली, इतने नेम ऑफ द लैंग्वेज है, आर्टिकल नहीं आएगा, बिल्कुल भी आर्टिकल नहीं आएगा। दिस बिल्डिंग इज कंपैरेटिवली, याद रखनी है दो चीज़ां, कंपैरेटिवली और एक है रिलेटिवली, राइट। कंपैरेटिवली एंड रिलेटिवली, इन्हां दे नाल कदे भी कंपैरेटिव डिग्री नहीं आती, इहदे नाल हमेशा पॉजिटिव डिग्री आएगी। मैं इहदे बारे जरा दसना, पॉजिटिव डिग्री हुंदी है टॉल, वाइज, arrogant, attractive, clever, happy, ये पॉजिटिव डिग्री है। कंपैरेटिव की होएगी, कंपैरेटिव होंदी है हैवियर, हैप्पियर, टॉलर, वाइजर, मोर अट्रैक्टिव, इस तरह के नाम, ठीक है। और सुपरलेटिव डिग्री होंदी है टॉलेस्ट, हैवीएस्ट, हैप्पीएस्ट, मोस्ट अट्रैक्टिव, ये सुपरलेटिव डिग्री है। जो भी तुहानूं ये वर्ड दिखे कंपैरेटिवली या फिर दिखे रिलेटिवली, ਇਹਦੇ ਨਾਲ ਹਮੇਸ਼ਾ ਪੋਜ਼ਿਟਿਵ ਡਿਗਰੀ ਲੱਗੇਗੀ। ਤੇ ਅਸੀਂ ਕਹੀਏ ਦਿਸ ਬਿਲਡਿੰਗ ਇਜ਼ ਕੰਪੈरेटिवली ਕੀ ਹੋਣਾ ਚਾਹੀਦਾ ਹੈ, ਟॉल, ਕੰਪੈरेटिवली ਟॉल ਹੈ, ਠੀਕ ਹੈ, ਟॉलर नहीं आएगा। आई हैव हेडेक नहीं, आई हैव या तो कह सकते हैं गॉट अ हेडेक, आई हैव गॉट अ हेडेक, कुछ इस तरह लिखा जाएगा, आई हैव गॉट अ हेडेक, आई हैव हेडेक नहीं, ठीक है। चलो नैक्सट आ जाता है जी तुहाडे कोल स्लाइड, ट्राई करो। ਜਦੋਂ ਵੀ ਅਸੀਂ ਸੁਪਰਲੇਟਿਵ ਡਿਗਰੀ ਦੀ ਗੱਲ ਕਰੀਏ ਤੇ ਉਹਦੇ ਨਾਲ ਅਸੀਂ ਦ ਦਾ ਯੂਸੇਜ ਜ਼ਰੂਰ ਕਰੀਏ। ਦਿਸ ਇਜ਼ ਦ ਕਲੈਵਰੈਸਟ ਆਫ ਆਲ, ਟੂ ਨਹੀਂ, ਆਫ ਆਲ। ਇਟ ਵਾਜ਼ ਨਾਟ ਦ ਬੈਸਟ ਮਾਡਲ, ਦ ਆਣਾ ਚਾਹੀਦਾ। ऑल मैनकाइंड, मैनकाइंड जनरल सेंस ਦੇ ਵਿੱਚ ਇਹਦੇ ਨਾਲ ਕੋਈ ਆਰਟੀਕਲ ਨਹੀਂ ਆਏਗਾ। ਆਰਟੀਕਲ ਦਾ ਪੂਰਾ ਚੈਪਟਰ ਅਸੀਂ ਇੱਥੇ ਕਰ ਚੁੱਕੇ ਹਾਂ, ਉਹਨੂੰ ਜ਼ਰੂਰ ਇੱਕ ਵਾਰੀ ਦੇਖਣਾ ਹੈ। ਵੀ ਇੰਜੋਇਡ ਦ ਬਿਊਟੀ ਆਫ ਨੇਚਰ, ਨੇਚਰ ਦੇ ਅੱਗੇ ਦ ਨਹੀਂ ਆਏਗਾ। ਇੱਥੇ ਕਿਉਂ ਆਇਆ? ਕਿਉਂਕਿ ਯਾਦ ਰੱਖਣਾ ਹੈ ਆਪਾਂ, ਇੱਕ ਰੂਲ ਹੈ ਨਾउन ਆਫ ਨਾउन ਤੇ ਦ ਜ਼ਰੂਰ ਲਗਾ ਦਿਓ ਜੀ ਇੱਥੇ। ਅਗਰ ਤੁਹਾਡੇ ਕੋਲ ਐਸਾ ਆਉਂਦਾ ਹੈ ਜਿੱਦਾਂ ਬਿਊਟੀ ਆਫ ਨੇਚਰ ਤੇ ਦ ਬਿਊਟੀ ਆਫ ਨੇਚਰ ਆਏਗਾ। ਵੀ ਹੈਵ ਟੂ ਲਰਨ ਟੂ ਲਿਵ ਇਨ ਸੋਸਾਇਟੀ, जनरल गल है, सोसाइटी दे नाल कोई आर्टिकल दी रिक्वायरमेंट नहीं है। काइंडली इहनूं जॉट डाउन कर लो। नेक्स्ट आंदा है जी तुहाडे कोल कि द ग्रास इज ग्रीन, ਇਹਦੇ ਨਾਲ द ਦਾ कोई यूसेज नहीं है, सारी ग्रास ग्रीन होंदी है, ठीक है, इसलिए ग्रास इज ग्रीन। द मनी मेक्स अ मैन प्राउड, नहीं, पैसा, मनी मेक्स अ मैन प्राउड, कोई खास पैसा नहीं, पैसा, ठीक है। इंदौर ऑफ टुडे, हुणी किता सी नाउन ऑफ नाउन, फिर असी की लगावांगे द इंदौर ऑफ टुडे। वैसे तो कदे भी इंदौर जिवें नाम है शायद दा नहीं लगता, बट अगर असी पर्टिकुलर कर दिए तो लगता है। जिन्हें मैं कहा इंडिया इज़ अ डेमोक्रेटिक कंट्री, कोई आर्टिकल नहीं लगेगा, लेकिन अगर मैं कहा द इंडिया ऑफ माई ड्रीम, पर्टिकुलर कर देता द इंडिया ऑफ माई ड्रीम। नेक्स्ट आंदा है कह रहे वीट ऑफ माई फील्ड, आ गया बेटा ऑफ, ठीक है, वीट दे नाल द लगा दो,
द बीट ऑफ, आगे ब्यूटी ऑफ ताजमहल, बेटा आ गया ऑफ, फेर लगा दो, द ब्यूटी ऑफ, द ब्यूटी ऑफ द ताजमहल, राइट। बस ये वाला रूल याद रखना है, द प्लस नाउन प्लस ऑफ प्लस नाउन। आओ जी ट्राई करो। इथे गंगा दे अगे द आएगा बिकॉज इट इज द नेम ऑफ द रिवर। लुक एट द हिमालयस आएगा, हिमालयस माउंट दी रेंज है। द शिप पास्ड थ्रू द बे ऑफ बंगाल होना चाहिए, द बे ऑफ बंगाल, राइट। वी शुड रीड द रामायण होना चाहिए। इट इज़ वेरी कोल्ड ऑन माउंट एवरेस्ट। माउंट एवरेस्ट पर्वत का नाम है, ਇਹਦੇ ਨਾਲ ਆਰਟੀਕਲ ਨਹੀਂ ਆਉਂਦਾ। ਅਗਰ ਤੁਹਾਡੇ ਪਰਬਤ ਦੀਆਂ ਸ਼੍ਰਿੰਖਲਾਵਾਂ ਹੈ, ਦ ਸ਼ਿਵਾਲਿਕ ਹਿਲਸ, ਦ ਹਿਮਾਲਿਆਸ, ਫਿਰ ਦ ਆਏਗਾ। ਅਗਰ ਕੱਲੇ ਇੱਕ ਪਰਬਤ ਦਾ ਨਾਮ ਹੈ ਫਿਰ ਕੋਈ ਆਰਟੀਕਲ ਨਹੀਂ, ਮਾउंट एवरेस्ट, माउंट आबू, माउंट मेरू, कोई आर्टिकल नहीं। चलो जी ट्राई करो। यूज्ड टू अपने आप दे विच ही पास्ट है, ਇਹਦੇ ਨਾਲ ਅਸੀਂ was were नहीं लगाईदा, बिल्कुल भी नहीं लगाईदा, ठीक है। स्टूडेंट्स मस्ट गिव ईयर्स, गिव द ईयर्स, पर्टिकुलर कान थोड़ी देने, गिव ईयर्स मतलब गल सुनना। ही सेंट वर्ड, उन्हें मैसेज भेजा, सेंट वर्ड का मतलब होता है मैसेज भेजना। यू कैन नॉट सेट फुट, सेट द फुट नहीं, सेट फुट इन द हाउस। द ट्रीज स्ट्रक द रूट्स इन टू द ग्राउंड, इथे द ट्रीज नहीं, पर्टिकुलर नहीं, ट्रीज आएगा। ट्रीज स्ट्रक रूट्स इन टू द ग्राउंड, ऐसा लिखा जाएगा, राइट। चलो जी ट्राई करो इन्हां सेंटेंसेस नूं। हुण असीं कहिए सम केम बाय लैंड, सम बाय वाटर, कुछ लैंड तो आए, कुछ पानी तो आए। इट इज बेटर टू गो ऑन फुट देन ऑन हॉर्स बैक, द नहीं आएगा। अ रैट इज क्वाइट एट होम, द नहीं आएगा। द पॉलिटिकल प्रिजनर्स हु आर इन जेल, द नहीं आएगा। The students who fell sick at school is now in the bed. The student who fell sick at the school is now in bed. ठीक है, at school आएगा क्योंकि इत्थे स्टूडेंट जिहड़ा वो स्कूल दे विच ही हो सकता है, ठीक है। ते सीरीज़ दा हुण चौथा पार्ट तुहानूं मिलेगा, ਉਹਦੇ ਵਿੱਚ ਅਸੀਂ ਗੱਲ ਕਰਾਂਗੇ 301 ਤੋਂ ਲੈ ਕੇ 400, ਫਿਰ 401 ਤੋਂ ਲੈ ਕੇ 500, ਇਹਨਾਂ ਨੂੰ ਕੰਪਲੀਟ ਕਰ ਲਈਓ। ਹੋ ਸਕੇ ਤੇ ਇਹਦੇ ਨੋਟਸ ਬਣਾਈਓ, ਨਹੀਂ ਬਣਾ ਸਕਦੇ ਤੇ ਘੱਟੋ ਘੱਟ ਇਸ ਵੀਡੀਓ ਨੂੰ 2-3 ਵਾਰ ਜ਼ਰੂਰ ਸੁਣ ਲਿਓ, ਕਾਫੀ ਹੈਲਪਫੁਲ ਹੋਏਗੀ। ਜਦੋਂ ਤੁਸੀਂ ਐਗਜ਼ਾਮ ਲਿਖੋਗੇ ਤੁਹਾਨੂੰ ਮੇਰੀ ਆਵਾਜ਼ ਯਾਦ ਆਏਗੀ, ਕਿਉਂਕਿ ਇਹ ਰੂਲਸ ਜਿਹੜੇ ਹੈ ਇਹ ਬਹੁਤ ਇੰਪੋਰਟੈਂਟ ਹੈ ਔਰ ਰਿਪੀਟ ਹੁੰਦੇ ਹੈ, ਠੀਕ ਹੈ। ਦਿਸ ਇਜ਼ ਆਲ ਫॉर द डे, सी यू इन द क्लास नेक्स्ट टाइम एंड कीप लर्निंग। जय हिंद।